ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਰੂਪ ਸਾਧ ਸੰਗਤ ਜੀ, ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਦੇ ਸਦਕਾ ਅਤੇ ਸੰਗਤ ਟੀਵੀ ਦੇ ਸਹਿਯੋਗ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਸ਼੍ਰੀ ਆਸਾ ਕੀ ਵਾਰ ਜੀ ਦੀ ਲੜੀਵਾਰ ਕਥਾ ਸੰਗਤ ਟੀਵੀ ਦੇ ਉੱਪਰ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਘਰਾਂ ਦੇ ਵਿੱਚ ਬੈਠ ਕਰਕੇ ਆਸਾ ਕੀ ਵਾਰ ਦੀ ਪਾਵਨ ਲੜੀਵਾਰ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਪਹਿਲਾ। ਇਸ ਪਾਵਨ ਸ਼ਲੋਕ ਦੇ ਅੰਦਰ ਜੋ ਆਸਾ ਕੀ ਵਾਰ ਦੇ ਪਾਵਨ 5 ਸ਼ਲੋਕ ਆਪਾਂ ਸਰਵਣ ਕੀਤੇ, ਹੁਣ 6ਵੇਂ ਸ਼ਲੋਕ ਦੀ ਪ੍ਰਾਰੰਭਤਾ ਹੈ। ਤਾਂ ਗਰੀਬ ਨਵਾਜ ਗੁਰੂ ਨਾਨਕ ਪਾਤਸ਼ਾਹ ਇਸ ਪਾਵਨ ਸ਼ਲੋਕ ਦੇ ਅੰਦਰ ਸੰਸਾਰ ਦੇ ਉੱਤੇ ਵੱਖ-ਵੱਖ ਧਰਮਾਂ ਦੇ ਮੁਤਾਬਕ ਚੱਲਣ ਵਾਲੇ ਲੋਕਾਂ ਦਾ ਜ਼ਿਕਰ ਕਰਦੇ ਨੇ। ਉਹ ਕੀ ਹੈ ਕਿ ਦੇਖੋ, ਹਿੰਦੂ ਧਰਮ ਨੂੰ ਮੰਨਣ ਵਾਲੇ ਨੇ ਆਪਣੇ ਕਾਇਦੇ ਕਾਨੂੰਨ ਜਿਹੜੇ ਸੀ ਉਹਨਾਂ ਦੇ ਮੁਤਾਬਕ ਚੱਲਣਾ ਤੇ ਦੂਜਿਆਂ ਨੂੰ ਉਪਦੇਸ਼ ਕਰਨਾ ਸ਼ੁਰੂ ਕੀਤਾ। ਇਸਲਾਮ ਦੇ ਮੁਤਾਬਕ ਚੱਲਣ ਵਾਲੇ ਨੇ ਆਪਣੇ ਕਾਇਦੇ ਕਾਨੂੰਨ ਸਿਧਾਂਤ ਜਿਹੜੇ ਸੀ ਉਹਨਾਂ ਦੇ ਮੁਤਾਬਕ ਦੂਸਰਿਆਂ ਨੂੰ ਉਹਦੇ ਵਿੱਚ ਚੱਲਣ ਦੀ ਤਾਕੀਦ ਕੀਤੀ, ਹੁਕਮ ਕੀਤਾ ਕਿ ਇਸ ਤਰ੍ਹਾਂ ਚੱਲਿਆ ਜਾਵੇ। ਫਿਰ ਸਾਹਿਬ ਕਹਿੰਦੇ ਕੁਝ ਐਸੇ ਲੋਕ ਨੇ ਜਿਹੜੇ ਕੇਵਲ ਤੀਰਥ ਭ੍ਰਮਣ ਤੱਕ ਸੀਮਿਤ ਰਹਿ ਜਾਂਦੇ ਨੇ। ਫਿਰ ਐਸੇ ਜੋਗੀ ਲੋਕ ਨੇ ਜਿਹੜੇ ਕੇਵਲ ਸਮਾਧੀਆਂ ਤੱਕ ਸੀਮਿਤ ਰਹਿ ਜਾਂਦੇ ਨੇ। ਇਹਨਾਂ ਸਾਰਿਆਂ ਫਿਰਕਿਆਂ ਦਾ, ਜਾਂ ਇੰਜ ਕਹਿ ਦਈਏ ਇਹਨਾਂ ਸਾਰੀਆਂ ਸੰਪਰਦਾਵਾਂ, ਇਹਨਾਂ ਮਜ਼ਹਬਾਂ ਧਰਮਾਂ ਨੂੰ ਮੰਨਣ ਵਾਲਿਆਂ ਦਾ ਜ਼ਿਕਰ ਕਰਕੇ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਅਖੀਰ ਤੇ ਇਸ ਪਾਵਨ ਸ਼ਲੋਕ ਦੇ ਅੰਦਰ ਜ਼ਿਕਰ ਕਰਦੇ ਕਿ ਜਿਹੜੇ ਤੇਰੇ ਭਗਤ ਹਨ ਉਹਨਾਂ ਦੇ ਮਨ ਅੰਦਰ ਕੀ ਹੈ। ਇਹ ਤਾਂ ਦੁਨੀਆ ਦੀ ਬਾਤ ਹੈ ਨਾ, ਕਿ ਜਿਹੜੇ ਧਰਮਾਂ ਨੂੰ ਮੰਨਣ ਵਾਲੇ ਨੇ ਉਹਨਾਂ ਦੇ ਮਨ ਵਿੱਚ ਕੀ ਹੈ, ਪਰ ਜਿਹੜਾ ਤੇਰਾ ਭਗਤੀ ਕਰਨ ਵਾਲਾ ਉਹਦੇ ਮਨ ਵਿੱਚ ਕੈਸਾ ਚਾਉ ਹੈ। ਉਹਦੇ ਮਨ ਵਿੱਚ ਕਰਮ ਕਾਂਡ ਦਾ ਚਾਉ ਨਹੀਂ, ਉਹ ਕਿੰਜ ਮੁਕਤ ਹੈ, ਉਹ ਕਿਹੜਾ ਮਾਰਗ ਅਪਣਾਉਂਦਾ ਹੈ, ਉਹ ਕਿਸ ਰਸਤੇ ਤੇ ਚੱਲਦਾ ਹੈ। ਤਾਂ ਗਰੀਬ ਨਵਾਜ ਸਾਹਿਬ ਜੀ ਇੱਥੇ ਅੱਜ ਇਹੀ ਸਮਝਾ ਰਹੇ ਨੇ, ਕਿਰਪਾ ਕਰਦੇ ਨੇ। ਮੁਸਲਮਾਨਾ ਸਿਫਤ ਸ਼ਰੀਅਤ ਪੜ ਪੜ ਕਰਹਿ ਵਿਚਾਰ। ਸਾਹਿਬ ਜੀ ਸਾਰਿਆਂ ਤੋਂ ਪਹਿਲਾਂ ਮੁਸਲਮਾਨ ਇਸਲਾਮ ਦੀ ਗੱਲ ਕਰਦੇ ਨੇ ਕਿ ਸਿਫਤ ਸ਼ਰੀਅਤ, ਉਹ ਸ਼ਰ੍ਹਾ ਦੇ ਵਿੱਚ ਪੈ ਕਰਕੇ, ਸ਼ਰੀਅਤ ਸ਼ਰ੍ਹਾ ਦੇ ਵਿੱਚ ਪੈ ਕਰਕੇ ਸਿਫਤ ਕਰਦੇ ਨੇ ਪਰਮਾਤਮਾ ਦੀ, ਖੁਦਾ ਦੀ। ਤੇ ਪੜ ਪੜ ਕਰਹਿ ਵਿਚਾਰ, ਉਹ ਆਪਣੇ ਉਹਨਾਂ ਗ੍ਰੰਥਾਂ ਨੂੰ ਪੜ੍ਹਦੇ ਨੇ, ਪੜ੍ਹ ਕੇ ਕੁਝ ਵਿਚਾਰ ਕਰਦੇ ਨੇ। ਫਿਰ ਉਸ ਵਿਚਾਰ ਦੇ ਮੁਤਾਬਕ ਦੂਸਰਿਆਂ ਨੂੰ ਸ਼ਰ੍ਹਾ ਵਿੱਚ ਆਉਣ ਦੀ ਪ੍ਰੇਰਨਾ ਕਰਦੇ ਨੇ ਕਿ ਤੁਸੀਂ ਸ਼ਰ੍ਹਾ ਦੇ ਵਿੱਚ ਆਓ। ਤੇ ਸ਼ਰ੍ਹਾ ਦਾ ਮਤਲਬ ਕੀ ਹੈ? ਤੁਸੀਂ ਜੋ ਇਸਲਾਮਕ ਮਰਿਆਦਾ ਹੈ ਉਸ ਮਰਿਆਦਾ ਦੇ ਵਿੱਚ ਆਪਣੇ ਆਪ ਨੂੰ ਬੰਨ੍ਹ ਲਓ, ਉਸ ਮਰਿਆਦਾ ਦੇ ਵਿੱਚ ਆਪਣੇ ਆਪ ਨੂੰ ਬੰਦ ਕਰ ਲਓ। ਤੇ ਹੁਣ ਸ਼ਰ੍ਹਾ ਜਿਹੜੀ ਹੈ ਉਹ ਇਸ ਤਰ੍ਹਾਂ ਹੈ ਗੁਰਮੁਖੋ, ਕਿਸੇ ਵੀ ਧਰਮ ਦੀ ਮਰਿਆਦਾ, ਕਿਸੇ ਵੀ ਧਰਮ ਦੇ ਕਾਇਦੇ ਕਾਨੂੰਨ ਜਿਹੜੇ ਨੇ ਉਹ ਇਸ ਤਰ੍ਹਾਂ ਨੇ, ਜਿਵੇਂ ਆਪਾਂ ਕਿਸੇ ਜਗ੍ਹਾ ਤੇ ਜਾਈਏ, ਫਰਜ਼ ਕਰੋ ਆਪਾਂ ਕਿਸੇ ਜਗ੍ਹਾ ਤੇ ਘੁੰਮਣ ਗਏ ਆ, ਕਿਸੇ ਪਾਰਕ ਦੇ ਵਿੱਚ, ਉੱਥੋਂ ਦੇ ਕੁਝ ਕਾਇਦੇ ਕਾਨੂੰਨ ਨੇ ਵੀ ਤੁਸੀਂ ਜੇ ਇਹਦੇ ਵਿੱਚ ਘੁੰਮਣਾ ਹੈ ਤਾਂ ਇਸ ਥਾਂ ਤੇ ਤੁਸੀਂ ਬਹਿ ਨਹੀਂ ਸਕਦੇ, ਫਲਾਣੀ ਥਾਂ ਤੇ ਬੈਠ ਕੇ ਤੁਸੀਂ ਖਾ ਨਹੀਂ ਸਕਦੇ, ਇੰਜ ਨਹੀਂ ਕਰ ਸਕਦੇ, ਉਂਝ ਨਹੀਂ ਕਰ ਸਕਦੇ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਿਰਫ ਕਾਇਦੇ ਕਾਨੂੰਨ ਨੇ। ਹੁਣ ਅਸੀਂ ਕਿਸੇ ਪਾਰਕ ਦੇ ਬਾਹਰ ਲੱਗੇ ਹੋਏ ਬੋਰਡ ਦੇ ਉੱਤੇ ਖੜ ਕੇ ਸਿਰਫ ਉਹਦੇ ਕਾਇਦੇ ਕਾਨੂੰਨ ਪੜ੍ਹੀ ਜਾਈਏ, ਸਾਰਾ ਦਿਨ ਖੜੇ ਪੜ੍ਹੀ ਜਾਈਏ ਵੀ ਇਹਦੇ ਵਿੱਚ ਆ ਹੈ, ਇਹਦੇ ਵਿੱਚ ਆ ਨਹੀਂ ਕਰਨਾ, ਆ ਕਰ ਸਕਦੇ ਹੋ, ਇੱਥੇ ਬਹਿ ਸਕਦੇ ਹੋ, ਇੱਥੇ ਨਹੀਂ ਬਹਿ ਸਕਦੇ, ਇੰਨੇ ਮੈਂਬਰ ਜਾ ਸਕਦੇ ਹੋ, ਇੰਨੇ ਮੈਂਬਰ ਨਹੀਂ ਜਾ ਸਕਦੇ। ਮੈਂ ਸਾਰਾ ਦਿਨ ਉਸ ਬੋਰਡ ਨੂੰ ਪੜ੍ਹਦਾ ਰਵਾਂ ਪਰ ਮੈਂ ਉਹਦੇ ਵਿੱਚ ਨਾ ਜਾਵਾਂ ਤਾਂ ਕੀ ਮੈਂ ਉਹ ਜੋ ਅੰਦਰ ਦਾ ਜੋ ਮਾਹੌਲ ਹੈ ਉਹਨੂੰ ਦੇਖ ਸਕਦਾ? ਸੋ ਇਸੇ ਤਰ੍ਹਾਂ ਕਾਇਦੇ ਕਾਨੂੰਨ ਜਿਹੜੇ ਨੇ ਉਹ ਸਮਝਾਉਂਦੇ ਨੇ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ। ਜਿਸ ਤਰ੍ਹਾਂ ਸੜਕ ਤੇ ਚੱਲਦਿਆਂ ਹੋਇਆਂ ਕਈ ਤਰ੍ਹਾਂ ਦੇ ਰੂਲਸ ਰੈਗੂਲੇਸ਼ਨ ਜਿਹੜੇ ਨੇ ਉਹ ਸਰਕਾਰ ਵੱਲੋਂ ਯਾਤਾਯਾਤ ਨਿਯਮ ਜਿਹੜੇ ਸਾਨੂੰ ਦਿੱਤੇ ਜਾਂਦੇ ਨੇ। ਹੁਣ ਸਿਰਫ ਉਹਨਾਂ ਨੂੰ ਪੜ੍ਹੀ ਜਾਣਾ ਜਾਂ ਉਹਨਾਂ ਨੂੰ ਥੋੜ੍ਹਾ ਬਹੁਤਾ ਮੰਨੀ ਜਾਣਾ, ਪਰ ਤੁਰਨਾ ਨਾ। ਵੀ ਮੈਂ ਸੜਕ ਦੇ ਕਿਨਾਰੇ ਤੇ ਖੜਾ, ਮੈਂ ਸਾਰੇ ਨਿਯਮ ਜਿਹੜੇ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ, ਪੜ੍ਹਦਾ, ਪਰ ਮੈਂ ਤੁਰਾਂ ਨਾ। ਤੇ ਜਿੰਨਾ ਚਿਰ ਮੈਂ ਤੁਰਾਂਗਾ ਨਹੀਂ ਉਹਨਾਂ ਚਿਰ ਮੈਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਕਿਵੇਂ ਪਹੁੰਚ ਜਾਵਾਂਗਾ। ਸੋ ਤੁਰਨਾ ਪੈਂਦਾ ਹੈ। ਤੇ ਨਿਯਮ ਕਾਇਦਾ ਕਾਨੂੰਨ ਤਾਂ ਹਰ ਇੱਕ ਚੀਜ਼ ਦੇ ਵਿੱਚ ਹੈ। ਆਪਾਂ ਘਰ ਦੇ ਵਿੱਚ ਰਹਿੰਦੇ, ਸਾਡੇ ਘਰ ਦੇ ਵਿੱਚ ਵੀ ਤਾਂ ਕੁਝ ਨਿਯਮ ਕਾਇਦੇ ਕਾਨੂੰਨ ਹਨ। ਸੋ ਇਸੇ ਤਰ੍ਹਾਂ ਦੁਨੀਆ ਦਾ ਕੋਈ ਮਜ਼ਹਬ ਐਸਾ ਨਹੀਂ ਜਿਸ ਦੇ ਕੁਝ ਕਾਇਦੇ ਕਾਨੂੰਨ ਨਾ ਹੋਣ। ਹਰ ਮਜ਼ਹਬ ਦੇ ਹਨ, ਹਰ ਪਰਿਵਾਰ ਦੇ ਹਨ,
ਆਪਾਂ ਆਮ ਸ਼ਬਦ ਕਹਿੰਦੇ ਨੇ ਭਾਈ ਸਾਡੇ ਪਰਿਵਾਰ ਦੇ ਕਾਇਦੇ ਕਾਨੂੰਨ ਜਿਹੜੇ ਨਿਯਮ ਇਸ ਤਰ੍ਹਾਂ ਦੇ ਨੇ, ਤੁਹਾਡੇ ਪਰਿਵਾਰ 'ਚ ਇਸ ਤਰ੍ਹਾਂ ਦੇ ਹੋਣਗੇ। ਹਰ ਕੁੱਲ ਪੀੜ੍ਹੀ ਉਹਨਾਂ ਦੇ ਰਸਮੋ ਰਿਵਾਜ ਰੀਤੀ ਰਿਵਾਜ ਜਿਹੜੇ ਉਹ ਜੁਦਾ ਜੁਦਾ ਨੇ, ਅਲੱਗ ਅਲੱਗ ਨੇ। ਤਾਂ ਗੱਲ ਚੱਲਦੀ ਇੱਥੇ ਸਾਹਿਬ ਕਹਿੰਦੇ ਸ਼ਰ੍ਹਾ ਦੇ ਵਿੱਚ ਪੈ ਕਰਕੇ ਪੜ੍ਹ ਪੜ੍ਹ ਕਰਹਿ ਵਿਚਾਰ, ਪੜ੍ਹਦੇ ਨੇ ਆਪਣੇ ਧਰਮ ਗ੍ਰੰਥਾਂ ਨੂੰ, ਮਾਰਫਤ ਹਕੀਕਤ ਤਰੀਕਤ ਆਦਿਕ ਦਲੀਲਾਂ ਨੂੰ ਜਾਣਦੇ ਨਹੀਂ ਹਨ, ਸਿਰਫ ਪੜ੍ਹਦੇ ਨੇ। ਹਕੀਕਤ ਦਾ ਭਾਵ ਕਿ ਆਪਣੇ ਸਵੈ ਸਰੂਪ ਦੇ ਅਨੁਭਵ ਨੂੰ ਜਾਣਨਾ। ਮਾਰਫਤ ਦਾ ਭਾਵ ਸੀ ਗਿਆਨ ਕਾਂਡ ਦੇ ਵਿੱਚ ਪਹੁੰਚਣਾ। ਤਰੀਕਤ ਦਾ ਭਾਵ ਸੀ ਵੈਰਾਗ ਧਾਰਨ ਕਰਕੇ ਉਪਾਸਨਾ ਕਰਨੀ। ਪਰ ਸਾਹਿਬ ਕਹਿੰਦੇ ਇਹ ਤਾਂ ਤਿੰਨ ਤੂੰ ਪੜ੍ਹੇ ਨਹੀਂ, ਮਾਰਫਤ ਹਕੀਕਤ ਤਰੀਕਤ ਇਹਨੂੰ ਤੇ ਜਾਣਿਆ ਨਹੀਂ, ਤੇ ਬਾਕੀ ਜਿਹੜੀਆਂ ਬਾਹਰ ਦੀਆਂ ਬੰਦਿਸ਼ਾਂ ਸੀ, ਬਾਹਰ ਦੇ ਕੇਵਲ ਜੰਜਾਲ ਸਨ, ਉਹਨਾਂ ਨੂੰ ਪੜ੍ਹ ਪੜ੍ਹ ਕੇ ਵਿਚਾਰ ਕਰ ਲਿਆ ਕਿ ਸ਼ਰ੍ਹਾ ਆ ਕਹਿੰਦੀ, ਮੈਂ ਸ਼ਰ੍ਹਾ ਤੋਂ ਬਾਹਰ ਨਹੀਂ ਜਾਣਾ, ਕਾਇਦੇ ਕਾਨੂੰਨ ਆ ਕਹਿੰਦੇ ਹਨ, ਤਾਂ ਦੂਸਰਿਆਂ ਨੂੰ ਵੀ ਇਹਦੇ ਵਿੱਚ ਫਸਾ ਦਿੱਤਾ। ਤਾਂ ਸਾਹਿਬ ਕਹਿੰਦੇ ਬੰਦੇ ਸੇ ਜੇ ਪਵਹਿ ਵਿੱਚ ਬੰਦੀ, ਵੇਖਣ ਕਉ ਦੀਦਾਰ। ਪਰ ਬੰਦੇ ਅਸਲ ਵਿੱਚ ਉਹ ਨੇ ਜਿਹੜੇ ਬੰਦਗੀ ਦੇ ਵਿੱਚ ਪੈਂਦੇ ਨੇ, ਤੇ ਜਿਨ੍ਹਾਂ ਦੇ ਅੰਦਰ ਕਰਤਾ ਅਕਾਲ ਪੁਰਖ ਪਰਮੇਸ਼ਰ ਦੇ ਦੀਦਾਰ ਕਰਨ ਦੀ ਸਿੱਖ ਹੈ, ਜਿਨ੍ਹਾਂ ਦੇ ਅੰਦਰ ਖੁਦਾਏ ਦੀਦਾਰ ਦੀ ਅੰਦਰ ਇੱਕ ਤਾਂਘ ਹੈ, ਜਿਹੜੇ ਇਸ ਤਰ੍ਹਾਂ ਵਿਲਕਦੇ ਨੇ ਉਹਦੇ ਦਰਸ਼ਨਾਂ ਦੇ ਵਾਸਤੇ, ਜਿਹਨੂੰ ਸਾਹਿਬ ਬਾਣੀ ਅੰਦਰ ਕਹਿੰਦੇ ਹਉ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਚੱਲੇ ਜੀਓ। ਜਿਹਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਬਚਨ ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰੇ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਇੱਕ ਇਸ ਤਰ੍ਹਾਂ ਅੰਦਰ ਤੜਫ ਪੈਦਾ ਹੋ ਜਾਣੀ, ਇੱਕ ਇਸ ਤਰ੍ਹਾਂ ਅੰਦਰ ਜਗਿਆਸਾ ਪਿਆਰੇ ਨੂੰ ਮਿਲਣ ਦੀ ਲਾਲਸਾ ਪੈਦਾ ਹੋ ਜਾਣੀ। ਜਿਵੇਂ ਪਾਣੀ ਨਾ ਮਿਲੇ ਤੇ ਪਾਣੀ ਤੋਂ ਬਿਨਾਂ ਜਿਵੇਂ ਇੱਕ ਮਨੁੱਖ ਜਿਹੜਾ ਉਹ ਤੜਫਦਾ ਹੈ, ਇਸ ਤਰ੍ਹਾਂ ਅਕਾਲ ਪੁਰਖ ਦੇ ਦੀਦਾਰਾਂ ਦੀ ਅੰਦਰ ਪਿਆਸ ਲੱਗ ਜਾਣੀ ਕਿ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਚੱਲੇ ਜੀਓ। ਇਸ ਤਰ੍ਹਾਂ ਦੀ ਅੰਦਰ ਪਿਆਸ, ਇਸ ਤਰ੍ਹਾਂ ਜਗਿਆਸਾ ਤਾਂਘ ਹੋਣੀ। ਇੱਕ ਦਫਾ ਕਿਸੇ ਨੇ ਇੱਕ ਫਕੀਰ ਨੂੰ, ਇੱਕ ਸਾਧੂ ਨੂੰ ਸਵਾਲ ਕੀਤਾ, ਕਹਿਣ ਲੱਗਾ ਐ ਸੰਤ ਜੀ, ਐ ਫਕੀਰ ਸਾਧੂ ਜੀ, ਤੁਸੀਂ ਹਰ ਵਾਰ ਕਥਾ 'ਚ ਕਹਿੰਦੇ ਹੋ ਪਰਮੇਸ਼ਰ ਦੇ ਦਰਸ਼ਨਾਂ ਦੀ ਅੰਦਰ ਬੜੀ ਤੀਬਰ ਇੱਛਾ, ਬੜੀ ਤੜਫ ਪੈਦਾ ਹੋਵੇ, ਜਗਿਆਸਾ ਪੈਦਾ ਹੋਵੇ, ਆਖਰ ਉਸ ਜਗਿਆਸਾ ਦਾ ਕੋਈ ਲੈਵਲ ਤੇ ਹੋਏਗਾ? ਸਮਝਾ ਸਕਦੇ ਹੋ ਵੀ ਕਿੰਨੀ ਕੁ ਤੜਫ ਅੰਦਰ ਪੈਦਾ ਹੋਵੇ ਤਾਂ ਕਿ ਉਹਦੇ ਦੀਦਾਰ ਪ੍ਰਾਪਤ ਹੋ ਜਾਣ? ਕਿੰਨੀ ਕੁ ਤੜਫ ਹੋਣੀ ਚਾਹੀਦੀ ਅੰਦਰ? ਮੇਰੇ ਅੰਦਰ ਬਹੁਤ ਤੜਫ ਹੈ ਜੀ, ਪਰ ਹਾਲੇ ਤੱਕ ਦੀਦਾਰ ਹੋਏ ਨਹੀਂ, ਮੈਨੂੰ ਸਮਝਾਓ ਤੇ ਸੀ ਕਿਤਨੀ ਕੁ ਤੜਫ ਹੋਵੇ ਅੰਦਰ। ਤੇ ਉਹ ਸਾਧੂ, ਉਹ ਫਕੀਰ ਕਹਿੰਦਾ ਵੀ ਕੱਲ ਨੂੰ ਆਈ। ਅਗਲਾ ਦਿਨ ਹੋਇਆ, ਜਦੋਂ ਆਇਆ ਤੇ ਉਹਨੂੰ ਇੱਕ ਨਦੀ, ਇੱਕ ਦਰਿਆ ਦੇ ਵਹਿਣ ਦੇ ਕੋਲ ਲੈ ਕੇ ਗਿਆ। ਦਰਿਆ ਦੇ ਪਾਣੀ ਜਾਂ ਨਦੀ ਕਹਿ ਲਓ, ਖੁੱਲ੍ਹਾ ਪਾਣੀ ਦਾ ਸਰੋਤ, ਭਾਵੇਂ ਸਮੁੰਦਰ ਸਮਝ ਲਓ, ਉਹਦੇ ਵਿੱਚ ਗਿਆ ਤੇ ਜਾ ਕਰਕੇ ਉਸ ਬੰਦੇ ਨੂੰ ਆਪਣੇ ਨਾਲ ਲਿਆ। ਜਿੱਥੇ ਜਾ ਕੇ ਪਾਣੀ ਕਾਫੀ ਡੂੰਘਾ ਸੀ, ਉੱਥੇ ਜਾ ਕੇ ਉਹਨੂੰ ਪਾਣੀ ਦੇ ਵਿੱਚ ਥੱਲੇ ਨੂੰ ਦਬਾ ਦਿੱਤਾ, ਜਿਹਨੂੰ ਅਸੀਂ ਕਹੀਏ ਸਿਰ ਤੋਂ ਫੜ ਕੇ ਥੱਲੇ ਪੁਸ਼ ਕਰ ਦਿੱਤਾ, ਦਬਾ ਦਿੱਤਾ ਪਾਣੀ ਦੇ ਵਿੱਚ। ਹੁਣ ਜਦੋਂ ਦਬਾਇਆ, ਉਸ ਬੰਦੇ ਨੇ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ, ਤੜਫਣਾ ਸ਼ੁਰੂ ਹੋ ਗਿਆ। ਉਸ ਸੰਤ ਨੇ ਉਹਨੂੰ ਬਾਹਰ ਕੱਢ ਲਿਆ। ਜਦੋਂ ਵੇਖਿਆ ਵੀ ਉਹਨੇ ਮਰਨ ਲੱਗਾ, ਉਹਨੂੰ ਬਾਹਰ ਕੱਢ ਲਿਆ। ਜਦੋਂ ਉਹਨੇ ਇੱਕ ਦੋ ਸਾਹ ਜੇ ਲੈ ਲਏ, ਉਹਨੂੰ ਫਿਰ ਪਾਣੀ ਦੇ ਵਿੱਚ ਡੁਬੋ ਦਿੱਤਾ। ਉਹ ਫਿਰ ਹੱਥ ਪੈਰ ਮਾਰੇ, ਫਿਰ ਉਹਦਾ ਬੁਰਾ ਹਾਲ, ਜਾਨ ਨਿਕਲਣ ਤੇ ਆਈ। ਉਸ ਸੰਤ ਨੇ ਫਿਰ ਉਹਨੂੰ ਬਾਹਰ ਖਿੱਚ ਲਿਆ। 2 ਵਾਰ ਕਰਕੇ ਤੀਜੀ ਵਾਰ ਫਿਰ ਉਹਨੂੰ ਇਸ ਤਰ੍ਹਾਂ ਵਿੱਚ ਪਾਣੀ ਦੇ ਡੁਬੋਇਆ। ਤੀਜੀ ਵਾਰ ਫਿਰ ਜਦੋਂ ਹੱਥ ਪੈਰ ਮਾਰੇ, ਤੜਪੇ, ਉਹਨੂੰ ਫਿਰ ਬਾਹਰ ਕੱਢ ਲਿਆ। ਉਹ ਕਹਿੰਦਾ ਸੰਤ ਜੀ, ਮੇਰੀ ਗਲਤੀ ਕੀ ਹੈ ਜੋ ਤੁਸੀਂ ਮੈਨੂੰ ਮਾਰਨ ਤੇ ਤੁਲੇ ਹੋ? ਮੈਂ ਤੇ ਤੁਹਾਨੂੰ ਇੰਨਾ ਹੀ ਕੱਲ ਪੁੱਛਿਆ ਸੀ ਨਾ ਕਿ ਖੁਦਾ ਵਾਸਤੇ ਤੜਫ ਕਿੰਨੀ ਕੁ ਹੋਣੀ ਚਾਹੀਦੀ, ਤੇ ਤੁਸੀਂ ਜਵਾਬ ਨਹੀਂ ਸੀ ਦੇਣਾ। ਕੋਈ ਗੱਲ ਨਹੀਂ, ਪਰ ਮੈਨੂੰ ਮਾਰੋ ਤੇ ਨਾ, ਮੈਨੂੰ ਡੋਬੋ ਤੇ ਨਾ, ਮੇਰੀ ਜਾਨ ਤੇ ਨਾ ਲਓ। ਤੇ ਸਾਧੂ, ਉਹ ਸੰਤ, ਉਹ ਫਕੀਰ ਕਹਿੰਦਾ ਮੈਂ ਤੈਨੂੰ ਜਵਾਬ ਹੀ ਦੇ ਰਿਹਾ ਤੇਰੇ ਸਵਾਲ ਦਾ। ਉਹ ਕਹਿੰਦਾ ਕੈਸਾ ਜਵਾਬ? ਤਾਂ ਉਹ ਫਕੀਰ ਸਮਝਾਉਣ ਲੱਗਾ, ਮੈਨੂੰ ਇੱਕ ਗੱਲ ਦੱਸ, ਜਦੋਂ ਤੈਨੂੰ ਪਾਣੀ ਦੇ ਵਿੱਚ ਡੋਬਿਆ ਗਿਆ, ਦਬਾਇਆ ਗਿਆ ਥੱਲੇ, ਤਾਂ ਤੂੰ ਇੰਨੇ ਹੱਥ ਪੈਰ ਕਿਉਂ ਮਾਰਦਾ ਸੀ? ਤੇ ਉਹ ਕਹਿੰਦਾ ਸੰਤ ਜੀ, ਕੈਸਾ ਮਜ਼ਾਕ ਕਰਦੇ ਹੋ ਤੁਸੀਂ? ਹੱਥ ਪੈਰ ਨਾ ਮਾਰਾਂ ਤੇ ਕੀ ਕਰਾਂ? ਮੇਰੀ ਜਾਨ ਨਿਕਲਦੀ ਸੀ। ਤੁਸੀਂ 1 ਸੈਕਿੰਡ ਮੈਨੂੰ ਬਾਹਰ ਨਾ ਖਿੱਚਦੇ ਤੇ ਮੇਰੀ ਕਹਾਣੀ ਖਤਮ ਹੋ ਚੱਲੀ ਸੀਗੀ। ਮੈਨੂੰ ਤਾਂ ਇੱਕ ਸਾਹ ਨਹੀਂ ਸੀ ਆਉਂਦਾ ਪਿਆ, ਮੈਂ ਤਾਂ ਸਾਹ ਲੈਣ ਲਈ ਤੜਫਦਾ ਪਿਆ ਸੀ। ਤੇ ਉਹ ਫਕੀਰ ਸਾਧੂ ਕਹਿੰਦਾ ਵੀ ਸਾਹ ਤਾਂ ਤੂੰ ਨੱਕ ਨਾਲ ਲੈਂਦਾ, ਹੱਥਾਂ ਨਾਲ ਤੇ ਸਾਹ ਨਹੀਂ ਲੈਂਦਾ ਨਾ, ਪੈਰਾਂ ਨਾਲ ਤੇ ਸਾਹ ਨਹੀਂ ਲਿਆ ਕਦੀ।
ਅੱਖਾਂ ਨਾਲ ਕੰਨਾਂ ਨਾਲ ਸਾਹ ਤੇ ਨਹੀਂ ਲਿਆ ਕਦੀ, ਪਰ ਤੇਰੇ ਹੱਥ ਜਿਹੜੇ ਨੇ ਉਹ ਤੜਫਦੇ ਪਏ ਸੀ, ਹੱਥ ਮਾਰਦਾ ਪਿਆ ਸੀ, ਲੱਤਾਂ ਚਲਾਉਂਦਾ ਸੀ, ਪੈਰ ਮਾਰਦਾ ਸੀ, ਤੇਰੇ ਕੰਨ ਹਿੱਲਦੇ ਪਏ ਸੀ ਪਾਣੀ ਦੇ ਵਿੱਚ, ਅੱਖਾਂ ਤੇਰੀਆਂ ਪੁੱਠੀਆਂ ਸਿੱਧੀਆਂ ਹੋ ਰਹੀਆਂ ਸੀ। ਸਾਹ ਤਾਂ ਤੂੰ ਨੱਕ ਨਾਲ ਲੈਣਾ ਸੀ ਨਾ, ਤੂੰ ਕੱਲਾ ਨੱਕ ਹੀ ਹਿਲਾਉਂਦਾ, ਕੱਲੀ ਨਾਸਕਾ ਨੂੰ ਤੜਫਾਉਂਦਾ। ਉਹ ਕਹਿੰਦਾ ਸੰਤ ਜੀ ਜਾਨ ਨਿਕਲਦੀ ਪਈ ਸੀ, ਅੰਗ ਅੰਗ ਜਿਹੜਾ ਉਸ ਸਾਹ ਲੈਣ ਨੂੰ ਤੜਫਦਾ ਪਿਆ ਸੀ, ਤਾਂ ਕਰਕੇ ਸਾਰਾ ਸਰੀਰ ਜਿਹੜਾ ਉਹ ਚਟਪਟਾਉਂਦਾ ਪਿਆ ਸੀ। ਤੇ ਫਕੀਰ ਸਾਧੂ ਕਹਿੰਦਾ ਇਹੀ ਤੈਨੂੰ ਮੈਂ ਸਮਝਾਉਣਾ ਚਾਹੁੰਦਾ, ਜਦੋਂ ਉਸ ਪਿਆਰੇ ਦੇ ਵਾਸਤੇ ਰੋਮ ਰੋਮ ਦੇ ਵਿੱਚੋਂ ਤੜਫ ਨਿਕਲ ਆਵੇ ਕਿ ਮੈਂ ਇਹ ਅਕਾਲ ਪੁਰਖ ਪਰਮੇਸ਼ਰ ਤੈਨੂੰ ਮਿਲਣਾ ਚਾਹੁੰਦਾ। ਹਾਲੇ ਤੇ ਆਪਾਂ ਜ਼ੁਬਾਨ ਨਾਲ ਹੀ ਕਹਿ ਰਹੇ ਹਾਂ ਨਾ ਕਿ ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ ਜੀ, ਅਸੀਂ ਉਹਦੇ ਅੱਖਾਂ ਨਾਲ ਦੀਦਾਰ ਕਰਨਾ ਚਾਹੁੰਦੇ, ਪਰ ਤੜਫ ਤੇ ਕੋਈ ਨਹੀਂ ਹੈ ਨਾ ਅੰਦਰ। ਜਦੋਂ ਰੋਮ ਰੋਮ ਦੇ ਵਿੱਚੋਂ ਤੜਫ ਨਿਕਲਣੀ ਸ਼ੁਰੂ ਹੋ ਗਈ, ਇੱਕ ਇੱਕ ਅੰਗ ਜਿਹੜਾ ਕੰਨ ਉਹਦੀ ਆਵਾਜ਼ ਸੁਣਨ ਨੂੰ ਤਰਸਣ ਲੱਗ ਪਏ, ਅੱਖਾਂ ਉਹਦੇ ਦੀਦਾਰ ਕਰਨ ਵਾਸਤੇ ਤਰਸਣ ਲੱਗ ਪਈਆਂ, ਜ਼ੁਬਾਨ ਉਹਦੀ ਸਿਫਤ ਉਹਦਾ ਨਾਮ ਲੈਣ ਵਾਸਤੇ ਤਰਸਣ ਲੱਗ ਪਈ, ਇਹ ਬਾਹਾਂ ਉਹਨੂੰ ਗਲਵੱਕੜੀ ਪਾਉਣ ਵਾਸਤੇ ਤੜਫਣ ਲੱਗ ਪਈਆਂ, ਇਹ ਸਰੀਰ ਇਹ ਮਸਤਕ ਉਹਦੇ ਚਰਨਾਂ ਤੇ ਡਿੱਗਣ ਵਾਸਤੇ ਤੜਫਣ ਲੱਗ ਪਿਆ, ਇੱਕ ਇੱਕ ਸਰੀਰ ਦਾ ਅੰਗ ਜਿਹੜਾ ਪੈਰ ਉਹਦੇ ਵੱਲ ਨੂੰ ਚੱਲਣ ਵਾਸਤੇ ਤੜਫਣ ਲੱਗ ਪਏ। ਬਸ ਉਸ ਦਿਨ ਉਹਦੀ ਪ੍ਰਾਪਤੀ ਹੋਏਗੀ। ਤਾਂ ਸਾਹਿਬ ਕਹਿੰਦੇ ਬੰਦੇ ਸੇ ਜੇ ਪਵਹਿ ਵਿੱਚ ਬੰਦੀ ਵੇਖਣ ਕਉ ਦੀਦਾਰ। ਬੰਦੇ ਉਹ ਨੇ ਜਿਹੜੇ ਬੰਦਗੀ ਵਿੱਚ ਪੈਂਦੇ ਨੇ ਤੇ ਜਿਨ੍ਹਾਂ ਦੇ ਅੰਦਰ ਉਹਦਾ ਦੀਦਾਰ ਵੇਖਣ ਦੀ ਸਿੱਖ ਹੈ, ਜਿਹਨੂੰ ਸਾਹਿਬ ਬਚਨ ਕਹਿੰਦੇ ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸ ਤਰੋ ਕੇ ਪਿਆਰ। ਗੁਰੂ ਕੀ ਬਾਣੀ ਅੰਦਰ ਬਚਨ ਪੜ੍ਹਦੇ ਹਾਂ ਕਿ ਤੂੰ ਬੰਦਗੀ ਕਰ, ਪਿਆਰ ਕਰ ਉਹਦੀ ਬੰਦਗੀ ਦੇ ਨਾਲ। ਉਹ ਮਾਲਕ ਭਾਵੇਂ ਰੋਸ ਕਰੇ ਭਾਵੇਂ ਤੈਨੂੰ ਪਿਆਰ ਕਰੇ, ਇਹ ਨਾ ਕਦੀ ਕਹਿ ਕਿ ਮੈਂ ਬਾਣੀ ਪੜ੍ਹਦਾ ਮੈਂ ਬੰਦਗੀ ਕਰਦਾ ਮੇਰੇ ਤੇ ਖੁਸ਼ ਕਿਉਂ ਨਹੀਂ ਹੈ। ਇਸ ਗੱਲ ਦੀ ਪਰਵਾਹ ਨਾ ਕਰ, ਬਸ ਤੇਰਾ ਕੰਮ ਹੈ ਉਹਦੀ ਇਬਾਦਤ ਕਰੀ ਜਾਣਾ, ਉਹਦੀ ਬੰਦਗੀ ਕਰੀ ਜਾਣਾ। ਉਹ ਭਾਵੇਂ ਤੇਰੇ ਨਾਲ ਗੁੱਸਾ ਕਰੇ ਭਾਵੇਂ ਤੇਰੇ ਨਾਲ ਰਾਜੀ ਰਹੇ, ਤੂੰ ਆਪਣਾ ਫਰਜ਼ ਜਿਹੜਾ ਉਹਨੂੰ ਨਿਭਾਈ ਚੱਲ। ਫਿਰ ਸਾਹਿਬ ਦੀ ਬਾਣੀ ਅੰਦਰ ਇੰਜ ਵੀ ਬਚਨ ਪੜ੍ਹਦੇ, ਬੰਦਾ ਹੋਏ ਬੰਦਗੀ ਕਹੈ ਬੰਦਕ ਹੋਏ ਬੰਦ ਸੁਧ ਲਹੈ। ਕਿ ਬੰਦਾ ਬੰਦਗੀ ਕਰੇ ਤੇ ਅਕਾਲ ਪੁਰਖ ਪਰਮੇਸ਼ਰ ਜਿਹੜਾ ਬੰਧ ਸੁਧ ਲਹੈ, ਜਿਵੇਂ ਆਪਣਾ ਸਖਾ ਸਹਾਈ ਮਿੱਤਰ ਹੈ, ਉਸ ਤਰ੍ਹਾਂ ਅਕਾਲ ਪੁਰਖ ਪਰਮੇਸ਼ਰ ਜਿਹੜਾ ਉਹਦੀ ਸੁਧ ਖਬਰ ਲੈਂਦਾ ਰਹਿੰਦਾ। ਭਾਈ ਨੰਦ ਲਾਲ ਜੀ ਦੇ ਜਦੋਂ ਬਚਨ ਪੜ੍ਹੋ ਤੇ ਉਹਨਾਂ ਨੇ ਇੱਕ ਸ਼ਬਦ ਕਿਹਾ, ਗਰ ਬਜ਼ੁਰਗੀ ਬਾਏ ਦਾ ਕੁਨ ਬੰਦਗੀ ਵਰਨਾ ਆਖਰ ਮੈਂ ਕਸ਼ੀ ਸ਼ਰਮੰਦਗੀ। ਕਿ ਜੇ ਤੂੰ ਬੰਦਗੀ ਨਹੀਂ ਕਰਦਾ ਤਾਂ ਯਾਦ ਰੱਖੀ ਵਰਨਾ ਆਖਰ ਮੈਂ ਕਸ਼ ਸ਼ਰਮੰਦਗੀ, ਆਖਰ ਦੇ ਵਿੱਚ ਤੈਨੂੰ ਸ਼ਰਮਿੰਦਗੀ ਪ੍ਰਾਪਤ ਹੋਏਗੀ। ਜੇ ਤੂੰ ਬੰਦਾ ਹੈ, ਗਰ ਬਜ਼ੁਰਗੀ ਬਾਏ ਦਾ ਕੁਨ ਬੰਦਗੀ, ਤਾਂ ਨੂੰ ਥੋੜਾ ਜਿਹਾ ਅਲੱਗ ਜਦੋਂ ਉਚਾਰਨ ਕਰੋਗੇ ਤਾਂ ਦਾ ਅਰਥ ਹੁੰਦਾ ਹੈ ਤਾਂ ਕਰਕੇ, ਭਾਵ ਕਿ ਜੇ ਤੂੰ ਇੱਕ ਬਜ਼ੁਰਗਾਂ ਵਾਲੀ ਅੰਦਰ ਹੈਸੀਅਤ ਕਵਾਂ ਜਾਂ ਕਹਿ ਦੇਵਾਂ ਬਜ਼ੁਰਗਾਂ ਵਾਲੀ ਅਵਸਥਾ ਚਾਹੁੰਦਾ, ਕਿਉਂਕਿ ਬਜ਼ੁਰਗੀ ਜ਼ਰੂਰੀ ਨਹੀਂ ਕਿ ਤੁਹਾਡੇ ਕੇਸ ਜਿਹੜੇ ਹਨ ਉਹ ਚਿੱਟੇ ਹੋ ਗਏ ਨੇ। ਜਿਸ ਤਰ੍ਹਾਂ ਪਿਛਲੀ ਪੌੜੀ ਅੰਦਰ ਵੀ ਸਾਹਿਬ ਨੇ ਕਿਹਾ, ਜਰ ਵੇਸ ਕਰਿੰਦੀ ਆਈ ਹੈ, ਸਰੀਰ ਤੇ ਬੁਢਾਪਾ ਆ ਗਿਆ ਤੇ ਤੁਸੀਂ ਕਹਿ ਦਿਓ ਬਜ਼ੁਰਗ ਹੋ ਗਿਆ ਤੇ ਬੜਾ ਸਿਆਣਾ ਹੋ ਗਿਆ। ਇਹ ਸਿਆਣਪ ਜਿਹੜੀ ਹੈ ਕੇਵਲ ਕੇਸ ਚਿੱਟੇ ਹੋਣ ਨਾਲ ਨਹੀਂ ਆਉਂਦੀ। ਕਈ ਲੋਕ ਇੰਜ ਵੀ ਆਪਣੇ ਹੰਕਾਰ ਨੂੰ ਜਤਾਉਂਦੇ ਆ, ਸ਼ਬਦ ਕਹਿ ਦਿੰਦੇ ਹੁੰਦੇ ਨੇ ਵੀ ਇਹ ਕੇਸ ਜਿਹੜੇ ਨੇ ਕਿਤੇ ਧੁੱਪ 'ਚ ਚਿੱਟੇ ਨਹੀਂ ਹੋਏ ਜੀ, ਇਹ ਸਾਡਾ ਤਜਰਬਾ ਹੈ ਜ਼ਿੰਦਗੀ ਦਾ, ਇਹ ਤਜਰਬੇ ਕਰ ਕਰਕੇ ਚਿੱਟੇ ਹੋਏ ਨੇ, ਭਾਵ ਅਸੀਂ ਬੜੇ ਸਿਆਣੇ ਪੁਰਖ ਹਾਂ। ਪਰ ਮਾਫ ਕਰਿਓ, ਕਈ ਦਫਾ ਸੰਸਾਰ ਦੇ ਉੱਤੇ ਕੁਝ ਬਜ਼ੁਰਗ ਵੀ ਇਸ ਤਰ੍ਹਾਂ ਦੀ ਖੇਡ ਖੇਡ ਜਾਂਦੇ ਨੇ, ਇਸ ਤਰ੍ਹਾਂ ਦਾ ਕਾਰਨਾਮਾ ਕਰ ਜਾਂਦੇ ਨੇ ਕਿ ਜਿੱਥੇ ਨੌਜਵਾਨ ਵੀ ਸੋਚਣ ਵਾਸਤੇ ਮਜਬੂਰ ਹੋ ਜਾਂਦਾ ਹੈ। ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਇੱਕ ਬਾਹਰ ਦੀ ਬਜ਼ੁਰਗੀ ਤਨ ਤੇ ਆ ਗਈ ਤੇ ਤੁਸੀਂ ਸਿਆਣੇ ਹੋ ਜਾਓਗੇ, ਤੁਸੀਂ ਬਹੁਤ ਜ਼ਿਆਦਾ ਦੂਰ ਦ੍ਰਿਸ਼ਟੀ ਦੇ ਮਾਲਕ ਹੋ ਜਾਓਗੇ, ਉੱਚੀ ਸੋਚ ਦੇ ਮਾਲਕ ਹੋ ਜਾਓਗੇ। ਇਸ ਲਈ ਭਾਈ ਨੰਦ ਲਾਲ ਜੀ ਕਹਿੰਦੇ, ਗਰ ਬਜ਼ੁਰਗੀ ਬਾਏ ਦਤ ਕੁਨ ਬੰਦਗੀ, ਕਿ ਜੇ ਤੂੰ ਅੰਦਰਲੀ ਸਿਆਣਪ ਚਾਹੁੰਦਾ ਹੈ, ਬਜ਼ੁਰਗੀ ਉਹੀ ਹੈ, ਬਸ ਤੇਰੇ ਅੰਦਰਲੀ ਸਿਆਣਪ ਹੋਵੇ, ਭਾਵੇਂ ਤੇਰੇ ਕੋਲ ਬਚਪਨਾ ਹੀ ਕਿਉਂ ਨਾ ਹੋਵੇ ਸਰੀਰ ਦਾ। ਜਿਸ ਤਰ੍ਹਾਂ ਬਾਬਾ ਬੁੱਢਾ ਜੀ ਦੀ ਬਾਤ ਕਰੀਏ ਤਾਂ ਸਰੀਰ ਦੇ ਵਿੱਚ ਤੇ ਹਾਲੇ ਬਚਪਨਾ ਹੀ ਹੈ, ਛੋਟੀ ਜੀ ਉਮਰ ਹੈ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਸ ਵਕਤ ਬਾਬਾ ਬੁੱਢਾ ਜੀ ਦੇ ਨਾਲ ਮਿਲਾਪ ਹੈ ਤੇ ਉਹ ਬੱਚਿਆਂ ਵਾਲੀ ਉਮਰ ਦਾ ਉਹ ਗੁਰੂ ਘਰ ਦਾ ਗੁਰੂ ਕਾ ਵਜ਼ੀਰ, ਜਿਹਨੂੰ ਬਹੁਤ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਨਮਾਨ ਦਿੱਤਾ, ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਸਥਾਪਿਤ ਕੀਤਾ, ਉਹ ਬੱਚਿਆਂ ਵਾਲੀ ਉਮਰ 'ਚ ਜਦੋਂ ਧੰਨ ਗੁਰੂ ਨਾਨਕ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਆਏ ਤੇ ਮਿਲਾਪ ਕਰਦਿਆਂ ਹੋਇਆਂ ਜਦੋਂ ਸਾਹਿਬ ਜੀ ਨੂੰ ਦੱਸਿਆ
कि मैनू मौत तो बड़ा डर लगता है। तो गुरु नानक पातशाह पुछदे ने भी ऐसी सियाणी गल तो अज तक कीती किसी ने नहीं। इत्थे ते चंगे चंगे मरण किनारे पए हुए भी कई बार मौत तो डरदे नहीं, वो भी कहंदे हाले जिवांगे असीं। पर तैनू एड्डी छेती इन्नी छोटी उमरे किस तरह फिक्र बन आया। तो जो इतिहास ने लिखिया कि 2-3 उदाहरण दित्तियां सी बाबा बुढ़ा जी ने, भाई बूढ़े ने, कि ए फकीर साईं, ए बाबा, ए गुरु। एक दिन माँ की करदी पई सी, लकड़ां ला रही सी, चुल्हे 'च अग बालदी सी, उन्हें लकड़ां लाईयां। जदों उन्हें लकड़ां लाईयां ते मैं की वेख्या कि छोटियां लकड़ां जिहड़ियां ने उन्हां नूं बड़ी छेती अग ने फड़िया। ते मन दे अंदर ख्याल पैदा होया भी ये अग सब तो पहला छोटियां लकड़ां नूं पई है ते मौत दा की पता पहला छोटियां नूं ही फड़ ले। बेशक वो मौत किसी का लिहाज नहीं करती, वो वड्डियां नूं छोटियां नूं किसी नूं कदों भी फड़ सकती। पर एक अंदर नूं समझ आ गई। फिर कहंदे एक दिन हाकम आए, पिता दी फसल बीजी हुई, छोटी छोटी फसल सी, हाले बहुत वड्डी भी नहीं हुई। हाकम आए तो उन्होंने आके सारी फसल जिहड़ी उजाड़ दिती। जे कोई माड़ी मोटी वड्डी सी उन्होंने वढ़ के लै गए, जिहड़ी कोई फुट्टी सी उन्होंने खत्म कर गए, घोड़ियां नूं चार दित्तियां, सारा उजाड़ा पा के चले गए। ते असीं खड़े प्यो पुत जिहड़े सी वो वेंदे रह गए। उस दिन जिंदगी नूं समझ आई कि जिंदगी भी तां अकाल पुरख परमेश्वर दी फसल है। जिन्होंने साहब बाणी अंदर कहंदे लै लै दात पहुतिया लावे कर तैयार, कि करता पुरख की फसल है, की पता उन्हें कदों वढ़ लैनी है। हरी नाही नह डडूरी पक्की वढ़न हार, लै लै दात पहुतिया लावे कर तैयार। उन्हें वेखना थोड़ी है भी ये फसल पक्की है जां हाले कच्ची है, जां ये हाले जवानी दे उत्ते आई है, जोबन दे उत्ते आई। जदों उहदी मर्जी हुई उन्हें वढ़ लैनी है। किसान की मर्जी है, अपनी फसल जदों मर्जी कट सकता है। तो इस तरह जिन्हां ने जिंदगी कुछ सिक्ख्या है, तो भाई नंद लाल जी कहंदे बचपन दे विच भी तेरे कोलों बुजुर्गी आ सकदी। बुजुर्गी एक बंदगी है। तो साहब जी कहंदे इत्थे बंदे से जे पवह विच बंदी वेखण कौ दीदार, बंदे उही ने जिहड़े बंदगी दे विच पैण। सो ये मनुखा जन्म जिहड़ा ये बंदगी ये इबादत दे वास्ते मिलिया है। जदों बुल्ले शाह दा जीवन पढ़ीए तो उन्हां दे जीवन विच एक बड़ी प्यारी घटना जां इंज कह दईए एक कवित बड़ा सोहना उन्हां दे जीवन दे परथाए मिलदा है कि बुल्ले शाह अपने आप नूं संबोधन करदे ने। कहंदे बुल्ले शाह बुल्लिया राती जागे भगत सदावें, राती जागण कुत्ते तैं कुन उत्ते। कि तू सिर्फ रात नूं जाग के ही कह रहे हैं कि मैं भगत हाँ। क्योंकि बहुत लोगों के अंदर ये भुलेखा हुंदा, बंदगी नहीं अंदर हुंदी। पर जिस तरह साहब ने शरह वालियां नूं कहा ना कि सिर्फ कायदे कानून ही पल्ले दे विच हुंदे ने, अंदरला जीवन नहीं हुंदा। कुछ लोग जागदे ने ते माफ़ करिओ जागदा तो एक रात नूं पहरेदार भी हुंदा। ठीक है, सारे एक जे नहीं होणगे। कुछ ऐसे पहरेदार भी वेखे जो सारी रात पहरा भी देंदे, नाल नाल बाणी भी पढ़दे ने। पर बड़े पहरेदार हुंदे ने जिहड़े रात नूं सिर्फ अपनी ड्यूटी निभाउंदे है, गलियां विच डंडा खड़काउंदे रहिंदे ने, तुरे फिरदे ने, गाणे सुणदे रहिंदे, मोबाइल वरतदे रहिंदे। दिन चढ़दा है, जिवें ड्यूटी खत्म हुंदी घरां नूं तुर जांदे, जागदा ते ओह भी सारी रात है। माफ़ करिओ जे सिर्फ उस जागण तक सीमित रखना होवे ते बड़े ऐसे लोग ने। चोर भी रात नूं जागदा है, वासना भोगण वाला भी रात नूं जागदा है। जिसी कह दईए सिर्फ एक बारी कानून अपना के ही बेड़ा पार हो जाएगा, गुरमुखो नहीं। तो उत्थे बुल्ले शाह कहंदा है बुल्लिया राती जागे भगत सदावें, राती जागण कुत्ते तैं कुन उत्ते। ओह अपने साईं दा दर ना छोड़न, भावें 100 वरियां पिया कुट्टे तैं कुन उत्ते। वेखो अपने मालक दा दर नहीं छड्डदा कुत्ता। उहनूं 100 वारी भावें मालक कुट्टे, भावें उहनूं किन्नी वार धक्का देवे। आपां नूं पिंडां 'च रहण वालिआं नूं बड़ी चंगी तरह पता होएगा, जे कुत्ते नूं किते घरों कढना होवे ना, भी मान लो वो हलका गया है जां तंग करदा है, तां उहनूं पहिलां पालिआ सी, हुण तंग करन लग गया, उहनूं छड्ड के आउणा। ते किहा जांदा सी भी इहनूं छड्ड के छड्डण वाला बाद च घरे आउंदा, ओह पहिलां घरे पहुंच जांदा सी। ते लोकी एक तकनीक अपनाया करदे सी, ओहदीआं अखां ते पट्टी बन्न के ਉਹਨੂੰ दूर किते 5-7 पिंड दूर छड्ड के आउणा, फिर ਉਹਦੇ ना मुड़न की संभावना घट जाती सी। नहीं तो ਉਹਨੂੰ जिवें मर्जी छड्डिओ वापिस आ जांदा सी। ਤਾਂ ਬੁੱਲੇ शाह ਕਹਿੰਦੇ मालक दा दर कदे ना छोड़न। ਉਹ ਆਪਣੇ मालक दा दर नहीं छड्डदे, भावें 100 वरियां पिया कुੱਟੇ तैं कुन उत्ते। किन्ना ਉਹਨੂੰ ਕੁੱਟੇ मारे जो मर्जी करे, पर ਉਹ मालक दा दर नहीं छड्डदा। गुरु तेग बहादुर पातशाह भी
ਸੁਆਣ ਦੇ ਪਰਥਾਏ ਆਪਣੀ ਬਾਣੀ ਅੰਦਰ ਇਹ ਵਚਨ ਕਹਿੰਦੇ, ਇਹ ਜ਼ਿਕਰ ਕਰਦੇ ਕਿ ਸੁਆਣ ਜਿਹੜਾ ਹੈ, ਕੁੱਤਾ ਜਿਹੜਾ ਹੈ, ਉਹ ਇੰਨਾ ਕੋਈ ਇਮਾਨਦਾਰ ਹੈ ਕਿ ਆਪਣੇ ਮਾਲਕ ਦੇ ਦਰ ਦੇ ਉੱਤੇ ਜ਼ਿੰਦਗੀ ਗੁਜ਼ਾਰ ਦਿੰਦਾ ਹੈ। ਕਈ ਵਾਰ ਟੁੱਕ ਮਿਲਦਾ ਹੈ, ਕਈ ਵਾਰ ਨਹੀਂ ਮਿਲਦਾ, ਪਰ ਫਿਰ ਵੀ ਉਹ ਆਪਣੇ ਮਾਲਕ ਦੇ ਦਰ ਨੂੰ ਕਦੀ ਛੱਡਦਾ ਨਹੀਂ ਹੈ। ਬੁੱਲੇ ਸ਼ਾਹ ਤੀਸਰੇ ਸ਼ਬਦ ਦੇ ਵਿੱਚ ਆਪਣੇ ਇਸ ਕਵਿਤ ਦੇ ਅੰਦਰ ਤੀਸਰਾ ਜ਼ਿਕਰ ਜਦੋਂ ਕਰਦੇ ਨੇ, ਉਹ ਕਹਿੰਦੇ ਕਮਾਲ ਦੀ ਗੱਲ ਹੈ ਕਿ ਜਦੋਂ ਉਹ ਆਪਣੇ ਸਾਈਂ ਦਾ ਦਰ ਨਾ ਛੋਡਣ, ਭਾਵੇਂ ਸੈ ਵਰਿਆਂ ਪਿਆ ਕੁੱਟੇ ਤੈਂ ਕੁਨ ਉੱਤੇ। ਫਿਰ ਕਹਿੰਦੇ ਉਹ ਸਾਰੀ ਰਾਤੀ ਪਹਿਰਾ ਦੇਵਨ, ਦੇਹੋ ਵੰਝ ਤ੍ਰਿਕੇੜ ਦੇ ਉੱਤੇ ਤੈਂ ਕੁਨ ਉੱਤੇ, ਕਿ ਸਾਰੀ ਰਾਤ ਪਹਿਰਾ ਦਿੰਦੇ ਨੇ। ਦਿਨ ਜਿਹੜਾ ਹੈ ਦੇਹੋ ਵੰਝ, ਦਿਨ ਜਿਹੜਾ ਉਹ ਸਾਰਾ ਕਿਵੇਂ ਬਤੀਤ ਕਰ ਦਿੰਦੇ ਨੇ, ਰੂੜੀਆਂ ਤੇ ਬਹਿ ਕੇ ਜਾਂ ਇੱਧਰ ਉੱਧਰ ਕਿਤੇ ਬੈਠ ਕਰਕੇ ਦਿਨ ਬਤੀਤ ਕਰ ਦਿੰਦਾ ਹੈ, ਪਰ ਫਿਰ ਵੀ ਤੈਂ ਕੁਨ ਉੱਤੇ, ਬੁੱਲਿਆ ਤੇਰੇ ਤੋਂ ਉੱਤੇ ਹੈ। ਤੇ ਅਖੀਰ ਸ਼ਬਦ ਵਰਤਿਆ, ਬੁੱਲੇ ਸ਼ਾਹ ਹੁਣ ਮੁਰਸ਼ਦ ਮਨਾ ਘਤ, ਨਹੀਂ ਬਾਜੀ ਲੈ ਗਏ ਕੁੱਤੇ ਤੈਂ ਕੁਨ ਉੱਤੇ, ਕਿ ਹੁਣ ਮੁਰਸ਼ਦ ਨੂੰ ਮਨਾ ਲਾ, ਨਹੀਂ ਤਾਂ ਕੁੱਤੇ ਬਾਜੀ ਲੈ ਗਈ, ਉਹ ਜਿੱਤ ਗਈ, ਕਿਉਂਕਿ ਉਹ ਮਾਲਕ ਦੇ ਦਰ ਦੇ ਉੱਤੇ ਟਿਕੇ ਰਹਿੰਦੇ ਨੇ। ਇੱਕ ਦਫਾ ਇੱਕ ਫਕੀਰ ਨੂੰ ਕਿਸੇ ਨੇ ਸਵਾਲ ਕੀਤਾ, ਉਹ ਆਪਣੀ ਗੋਦ ਦੇ ਵਿੱਚ ਕੁੱਤਾ ਲੈ ਕੇ ਬੈਠਾ ਸੀ। ਕਿਸੇ ਅਮੀਰ ਨੇ ਕੋਲੋਂ ਲੰਘਦਿਆਂ ਟੀਚਰ ਜੀ ਕਰਕੇ ਕਹਿ ਦਿੱਤਾ ਕਿ ਫਕੀਰਾ ਤੇਰਾ ਕੁੱਤਾ ਚੰਗਾ ਹੈ ਕਿ ਤੂੰ ਕੁ ਚੰਗਾ ਹੈ? ਤੇ ਉਹ ਫਕੀਰ ਨੇ ਬੜਾ ਸੋਹਣਾ ਜਵਾਬ ਦਿੱਤਾ, ਕਹਿਣ ਲੱਗਾ ਇਹ ਮੇਰੇ ਹੁਕਮ 'ਚ ਰਹਿੰਦਾ ਹੈ, ਮੈਂ ਜਿਵੇਂ ਇਹਨੂੰ ਕਵਾਂ, ਜੇ ਮੈਂ ਇਹਨੂੰ ਕਵਾਂ ਧੁੱਪੇ ਬਹਿ ਜਾ ਇਹਨੇ ਧੁੱਪੇ ਬਹਿ ਜਾਣਾ, ਜੇ ਮੈਂ ਇਹਨੂੰ ਕਵਾਂ ਛਾਵੇਂ ਆ ਜਾ ਛਾਵੇਂ ਆ ਜੂ, ਜੇ ਕਵਾਂ ਮੇਰੀ ਗੋਦ 'ਚ ਉੱਠ ਜਾ ਉੱਠ ਜਾਏਗਾ, ਜੇ ਕਵਾਂ ਕੋਈ ਚੀਜ਼ ਚੁੱਕ ਕੇ ਲਿਆ ਚੀਜ਼ ਚੁੱਕ ਲਿਆਊਗਾ, ਜੋ ਕਹਿ ਦੇਵਾਂ ਇਹਨੇ ਉਵੇਂ ਹੀ ਕਰਨਾ ਹੈ, ਮੇਰੇ ਹੁਕਮ ਦੇ ਵਿੱਚ ਹੈ। ਤੇ ਜਵਾਬ ਦਿੱਤਾ, ਕਹਿੰਦੇ ਅਮੀਰ ਤੇ ਫਕੀਰ ਜੇ ਆਪਣੇ ਮਾਲਕ ਦੇ ਹੁਕਮ ਵਿੱਚ ਨਹੀਂ, ਅਮੀਰ ਆਪਣੇ ਮਾਲਕ ਦੇ ਹੁਕਮ ਵਿੱਚ ਨਹੀਂ ਤੇ ਫਕੀਰ ਆਪਣੇ ਮਾਲਕ ਖੁਦਾ ਦੇ ਹੁਕਮ ਵਿੱਚ ਆ ਕੇ ਬੰਦਗੀ ਨਹੀਂ ਕਰਦਾ। ਤੇ ਜਵਾਬ ਦਿੰਦੇ ਉਹ ਫਕੀਰ, ਉਹ ਸਾਧੂ ਕਹਿਣ ਲੱਗਾ ਫਿਰ ਦੋਨਾਂ ਤੋਂ ਕੁੱਤਾ ਚੰਗਾ ਹੈ। ਭਾਵ ਜੇ ਫਕੀਰ ਮਾਲਕ ਦੇ ਹੁਕਮ 'ਚ ਨਹੀਂ, ਖੁਦਾ ਦੇ ਹੁਕਮ 'ਚ ਨਹੀਂ ਚੱਲਦਾ, ਇਬਾਦਤ ਨਹੀਂ ਕਰਦਾ, ਤੇ ਇੱਕ ਅਮੀਰ ਵੀ ਪਰਮਾਤਮਾ ਤੋਂ ਦਾਤਾਂ ਲੈ ਕਰਕੇ ਉਹਦੇ ਹੁਕਮ 'ਚ ਨਹੀਂ ਤੁਰਦਾ ਪਿਆ, ਫਿਰ ਇਹਨਾਂ ਦੋਨਾਂ ਤੋਂ ਹੀ ਇਹ ਕੁੱਤਾ ਚੰਗਾ ਹੈ। ਤੇ ਜੇ ਦੋਨੇ ਹੁਕਮ 'ਚ ਆ ਜਾਣ ਤੇ ਫਿਰ ਕੁੱਤੇ ਤੋਂ ਚੰਗੇ ਨੇ। ਇਸੇ ਕਰਕੇ ਬਹੁਤ ਉਦਾਹਰਨਾਂ ਜਿਹੜੀਆਂ ਨੇ ਉਹ ਸੰਸਾਰ ਦੇ ਵਿੱਚ ਮਿਲਦੀਆਂ ਹਨ। ਸਾਹਿਬ ਬਾਣੀ ਅੰਦਰ ਇਹੀ ਸਮਝਾ ਰਹੇ, ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਜ਼ ਧਰੋ ਕੇ ਪਿਆਰ, ਤੂੰ ਬੰਦਗੀ ਕਰ। ਇੱਕ ਸ਼ਾਇਰ ਨੇ ਬਾਬਾ ਫਰੀਦ ਜੀ ਦੀ ਮਾਂ ਵੱਲੋਂ ਕਹੇ ਹੋਏ ਕੁਝ ਬੋਲ ਜਿਹੜੇ ਨੇ, ਉਹ ਆਪਣੀ ਕਲਮ ਦੇ ਨਾਲ ਇੱਕ ਤਸਵੀਰ ਖਿੱਚੀ, ਤੇ ਉਹ ਤਸਵੀਰ ਕਿਹੜੀ ਸੀ? ਬੱਚਿਆ ਕਰ ਲੈ ਬੰਦਗੀ ਨੂੰ, ਛੱਡ ਦਾਵੇ ਦੁਨੀਆ ਗੰਦਗੀ ਨੂੰ, ਪੜ੍ਹ ਸਬਰ ਸ਼ੁਕਰ, ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਪੜ੍ਹ। ਬੱਚਿਆ ਕਰ ਲੈ ਬੰਦਗੀ ਨੂੰ, ਛੱਡ ਦਾਵੇ ਦੁਨੀਆ ਗੰਦਗੀ ਨੂੰ, ਬੰਦਗੀ ਕਰ ਤੇ ਉਸ ਤੋਂ ਬਾਅਦ ਦੁਨੀਆ ਦੀ ਆ ਗੰਦਗੀ ਵਾਲੇ ਦਾਅਵੇ ਜਿਹੜੇ ਨੇ ਇਹਨਾਂ ਨੂੰ ਛੱਡ ਦੇ। ਉਸ ਤੋਂ ਬਾਅਦ ਕੀ ਕਰ? ਪੜ੍ਹ ਸਬਰ ਸ਼ੁਕਰ, ਸਬਰ ਤੇ ਸ਼ੁਕਰ ਜਿਹੜਾ ਹੈ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੜ੍ਹਨਾ ਕਰ। ਤੇ ਮਾਂ ਮੱਤਾਂ ਦੇਵੇ ਫਰੀਦੇ ਨੂੰ, ਪੜ੍ਹ ਸਬਰ ਸ਼ੁਕਰ ਅਕੀਦੇ ਨੂੰ, ਮਾਂ ਮੱਤਾਂ ਦੇਵੇ ਫਰੀਦੇ ਨੂੰ। ਬਾਬਾ ਫਰੀਦ ਜੀ ਦੇ ਪਰਥਾਏ ਉਹਨਾਂ ਨੇ ਆਪਣੀ ਭਾਵਨਾ ਨਾਲ ਕਵੀ ਨੇ ਲਿਖਿਆ ਕਿ ਬਾਬਾ ਫਰੀਦ ਦੀ ਮਾਂ ਜਿਹੜੀ ਉਹ ਮੱਤਾਂ ਦਿੰਦੀ ਹੈ, ਪੜ੍ਹ ਸਬਰ ਸ਼ੁਕਰ ਅਕੀਦੇ ਨੂੰ, ਮਾਂ ਮੱਤਾਂ ਦੇਵੇ ਫਰੀਦੇ ਨੂੰ। ਜਿਨ੍ਹਾਂ ਆਪਣਾ ਆਪ ਗਵਾਇਆ ਏ, ਬੜੇ ਪਿਆਰ ਦੇ ਨਾਲ ਸ਼ਬਦ ਕਿਹਾ, ਬੱਚਿਆ ਜਿਨ੍ਹਾਂ ਆਪਣੇ ਆਪ ਨੂੰ ਗਵਾ ਲਿਆ, ਖਤਮ ਕਰ ਲਿਆ ਅੰਦਰੋਂ, ਜਿਨ੍ਹਾਂ ਆਪਣਾ ਆਪ ਗਵਾਇਆ ਏ, ਬੱਚਾ ਮਾਣ ਉਹਨਾਂ ਨੇ ਪਾਇਆ ਹੈ, ਜਾਂ ਸਾਈਂ ਨੂੰ ਉਹਨਾਂ ਨੇ ਪਾਇਆ, ਉਹਨਾਂ ਨੇ ਉਸ ਮਾਲਕ ਸਾਈਂ ਨੂੰ ਪਾ ਲਿਆ ਹੈ। ਦੇਖ ਖੋਲ ਕੇ ਦਿਲ ਦੇ ਦੀਦੇ ਨੂੰ, ਮਾਂ ਮੱਤਾਂ ਦੇਵੇ ਫਰੀਦੇ ਨੂੰ। ਕਿ ਆਪਣੇ ਅੰਦਰ ਦੇ ਦਿਲ ਨੂੰ ਖੋਲ ਕੇ ਦੇਖ, ਤੈਨੂੰ ਖੁਦਾਏ ਦਾ ਦੀਦਾਰ ਹੋਵੇਗਾ। ਤੂੰ ਆਪਣੇ ਅੰਦਰ ਝਾਤ ਮਾਰ ਕੇ ਦੇਖ, ਜਿਹਨੂੰ ਸਾਹਿਬ ਬਾਣੀ ਅੰਦਰ ਇੰਜ ਬਚਨ ਕਹਿੰਦੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਹਰ ਰੋਜ਼ ਆਪਣੇ ਅੰਦਰ ਨੂੰ ਫਰੋਲ, ਹਰ ਰੋਜ਼ ਆਪਣੇ ਅੰਦਰ ਨੂੰ ਖੋਜ, ਇਹਦੇ ਨਾਲ ਤੇਰੇ ਅੰਦਰ ਪਰਤ ਕੇ ਪਰੇਸ਼ਾਨੀ ਨਹੀਂ ਆਵੇਗੀ। ਤਾਂ ਖੈਰ ਗੁਰੂ ਨਾਨਕ ਪਾਤਸ਼ਾਹ ਪਹਿਲੀਆਂ ਦੋ ਪੰਕਤੀਆਂ ਸਮਝਾਉਂਦੇ, ਮੁਸਲਮਾਨ ਦੇ ਕੋਲ ਇੱਕ ਸ਼ਰ੍ਹਾ ਹੈ, ਤੇ ਉਹ ਪੜ੍ਹ ਕੇ ਆਪਣੇ ਗ੍ਰੰਥ ਨੂੰ, ਆਪਣੇ ਸ਼ਰ੍ਹਾ ਦੇ ਜਿਹੜੇ ਜੋ ਕਾਇਦੇ ਕਾਨੂੰਨ ਨੇ ਉਹਨਾਂ ਨੂੰ ਪੜ੍ਹ ਕੇ ਵਿਚਾਰ ਕਰਦਾ ਹੈ। ਪਰ ਬੰਦੇ ਤਾਂ ਉਹੀ ਨੇ ਅਸਲ ਦੇ ਵਿੱਚ ਜਿਹੜੇ ਅਕਾਲ ਪੁਰਖ ਦੀ ਬੰਦਗੀ ਕਰਨ ਤੇ ਉਸ ਖੁਦਾ ਦਾ ਦੀਦਾਰ ਕਰਨ ਦੀ ਅੰਦਰ ਸਿੱਖ ਪੈਦਾ ਹੋਵੇ, ਉਹਦਾ ਦੀਦਾਰ ਕਰਨ ਦੀ ਅੰਦਰ ਤੜਫ ਪੈਦਾ ਹੋਵੇ। ਫਿਰ ਜਿਹੜੇ ਉਹਦੇ ਬੰਦੇ
ਭਾਵ ਉਹਦੇ ਹੁਕਮ ਦੇ ਵਿੱਚ ਚੱਲਣ ਤੇ ਉਹਦੇ ਦੀਦਾਰਾਂ ਦੀ ਅੰਦਰ ਸਿੱਕ ਪੈਦਾ ਹੋਵੇ। ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ ਅਪਾਰ। ਹਿੰਦੂ ਸਲਾਉਂਦਾ ਹੈ ਤੇ ਸਾਲਾਹੀ ਸਾਲਾਹਨ ਲੱਖਾਂ ਵਾਰ ਉਹਨੂੰ ਸਲਾਹ ਰਿਹਾ ਹੈ। ਕਿਹਨੂੰ? ਅਕਾਲ ਪੁਰਖ ਪਰਮੇਸ਼ਰ ਨੂੰ, ਆਪਣੇ ਭਗਵਾਨ ਨੂੰ, ਆਪਣੇ ਰਹਿਬਰ ਨੂੰ, ਆਪਣੇ ਦੇਵਤੇ ਨੂੰ। ਤੇ ਦਰਸ਼ਨ ਰੂਪ ਅਪਾਰ, ਜਿਸ ਦਾ ਦਰਸ਼ਨ ਜਿਹੜਾ ਹੈ, ਜੋ ਅਪਾਰ ਪਾਰਾਵਾਰ ਤੋਂ ਪਰੇ ਅਕਾਲ ਪੁਰਖ ਪਰਮੇਸ਼ਰ, ਜਿਸ ਦਾ ਸਰਗੁਣ ਸਰੂਪ ਦਾ ਦਰਸ਼ਨ ਦੀਦਾਰ ਜਿਹੜਾ ਹੈ, ਉਹ ਸਰਗੁਣ ਸਰੂਪ ਵਿੱਚ ਵੀ ਉਹ ਅਪਾਰ ਹੈ। ਇਹ ਨਹੀਂ ਕਿ ਉਹਦੇ ਨਿਰਗੁਣ ਸਰੂਪ ਵਿੱਚ ਉਹ ਅਪਾਰ ਹੈ, ਉਹਦਾ ਕੋਈ ਅੰਤ ਨਹੀਂ। ਸਰਗੁਣ ਸਰੂਪ ਦੇ ਵਿੱਚ ਵੀ ਉਹਦੇ ਦਰਸ਼ਨਾਂ ਦਾ ਕੋਈ ਅੰਤ ਨਹੀਂ। ਕੋਈ ਕਹਿ ਨਹੀਂ ਸਕਦਾ ਕਿ ਸਰਗੁਣ ਸਰੂਪ ਦੇ ਵਿੱਚ ਜੇ ਉਹਦੇ ਦੀਦਾਰ ਕੀਤੇ ਤੇ ਉਹਦੇ ਦੀਦਾਰਾਂ ਦੀ ਇੱਥੇ ਜਾ ਕਰਕੇ ਉਸਤਤ ਖਤਮ ਹੋ ਸਕਦੀ ਹੈ। ਇਸ ਲਈ ਸਾਹਿਬ ਕਹਿੰਦੇ ਇੱਕ ਹਿੰਦੂ ਜਿਹੜਾ ਹੈ ਉਹ ਸਲਾਉਂਦਾ ਹੈ, ਸਿਫਤ ਕਰਦਾ ਹੈ ਤੇ ਦਰਸ਼ਨ ਰੂਪ ਅਪਾਰ, ਆਪਣੇ ਭਗਵਾਨ, ਆਪਣੇ ਪਰਮੇਸ਼ਰ ਦੇ ਅਪਾਰ ਪਾਰਾਵਾਰ ਤੋਂ ਪਰੇ ਜਿਹੜੇ ਦਰਸ਼ਨ ਜਾਂ ਉਹਦਾ ਰੂਪ ਜਿਹੜਾ ਹੈ, ਉਹਦੀ ਸਿਫਤੋ ਸਲਾਘਾ ਕਰਦਾ ਹੈ। ਤੇ ਸਿਫਤੋ ਸਲਾਘਾ ਕਰਦਿਆਂ ਫਿਰ ਸਾਧਨ ਕੀ ਅਪਣਾਉਂਦਾ ਹੈ? ਤੀਰਥ ਨਾ ਵਹੇ ਅਰਚਾ ਪੂਜਾ ਅਗਰ ਵਾਸ ਬਹਿਕਾਰ। ਤੀਰਥਾਂ ਦੇ ਉੱਤੇ ਇਸ਼ਨਾਨ ਕਰਦਾ ਹੈ। ਤੇ ਗੁਰਮੁਖੋ ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਦੇ ਦੋ ਪੱਖ ਨੇ। ਇਹ ਦੁੱਖ ਦੀ ਗੱਲ ਹੈ ਕਿ ਸਾਡੇ ਵਿੱਚ ਐਸਾ ਤਬਕਾ ਹੈ ਜਿਹੜਾ ਸਿਰਫ ਤੀਰਥ ਸ਼ਬਦ ਉਹਨਾਂ ਨੂੰ ਬਾਣੀ ਦੇ ਵਿੱਚ ਮਿਲਿਆ ਨਹੀਂ ਤੇ ਉਹਨਾਂ ਨੇ ਬਸ ਤੀਰਥ ਦਾ ਖੰਡਨ ਸ਼ੁਰੂ ਕੀਤਾ ਨਹੀਂ। ਜ਼ਰੂਰੀ ਨਹੀਂ ਸਾਰੀਆਂ ਥਾਵਾਂ ਦੇ ਉੱਤੇ ਤੀਰਥ ਦਾ ਖੰਡਨ ਹੀ ਖੰਡਨ ਹੈ। ਤੀਰਥ ਇੱਕ ਤਨ ਦੀ ਸਵੱਛਤਾ ਵਾਸਤੇ ਵੀ ਹੈ, ਪਰ ਉੱਥੋਂ ਨਾਲ ਇਸ਼ਾਰਾ ਇਹ ਹੈ ਕਿ ਜਿਵੇਂ ਤੂੰ ਬਾਹਰੀ ਤਨ ਦਾ ਇਸ਼ਨਾਨ ਕੀਤਾ ਹੈ, ਉਵੇਂ ਮਨ ਦਾ ਇਸ਼ਨਾਨ ਵੀ ਕਰ। ਪਰ ਅਸੀਂ ਸਿਰਫ ਮਨ ਦੇ ਇਸ਼ਨਾਨ ਨੂੰ ਤਰਜੀਹ ਦੇ ਕੇ ਕਹੀ ਜਾਈਏ ਨਹੀਂ ਜੀ ਬਾਹਰੀ ਇਸ਼ਨਾਨ ਤੇ ਬਿਲਕੁਲ ਹੀ ਨਹੀਂ ਕਰਨਾ। ਤਾਂ ਸਾਹਿਬ ਕਹਿੰਦੇ ਤੀਰਥ ਨਾ ਵਹੇ, ਤੀਰਥਾਂ ਦੇ ਉੱਤੇ ਇਸ਼ਨਾਨ ਕਰਦੇ ਹਨ, ਭ੍ਰਮਣ ਕਰਦੇ ਹਨ ਤੇ ਨਾਲ ਨਾਲ ਅਗਰ ਅਰਚਾ ਪੂਜਾ ਅਗਰ ਵਾਸ ਬਹਿਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਰੂਪ ਸਾਧ ਸੰਗਤ ਜੀ, ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਦੇ ਸਦਕਾ ਅਤੇ ਸੰਗਤ ਟੀਵੀ ਦੇ ਸਹਿਯੋਗ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਸ਼੍ਰੀ ਆਸਾ ਕੀ ਵਾਰ ਜੀ ਦੀ ਲੜੀਵਾਰ ਕਥਾ ਸੰਗਤ ਟੀਵੀ ਦੇ ਉੱਪਰ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਘਰਾਂ ਦੇ ਵਿੱਚ ਬੈਠ ਕਰਕੇ ਆਸਾ ਕੀ ਵਾਰ ਦੀ ਪਾਵਨ ਲੜੀਵਾਰ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।